Dr. Ravi Garg, Director Pioneer Immigration ICCRC member authorized by Canada government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਸਭ ਤੋਂ ਪਹਿਲੀ ਖਬਰ ICCRC ਮੈਂਬਰ ਮੈਂ ਕਿਹਾ ਹੈਗਾ ਕਿਉਂਕਿ ਹਾਲੇ ਸਾਰਿਆਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ICCRC ਦਾ ਨਾਮ ਚੇਂਜ ਕਰਕੇ CICC ਰੱਖ ਦਿੱਤਾ ਗਿਆ ਕੈਨੇਡਾ ਗਵਰਨਮੈਂਟ, ਕੈਨੇਡਾ ਦੇ ਅਥਾਰਟੀਜ਼ ਵੱਲੋਂ। CICC ਦਾ ਮਤਲਬ College of Immigration and Citizenship Consultants, क्योंकि immigration is not a regulated profession in India, लेकिन कैनेडा ਦੇ ਵਿੱਚ regulated profession ਹੈਗਾ ਤੇ ਜਿੰਨੀ ਵੀ regulating bodies ਨੇ ਉਹਨਾਂ ਦਾ ਨਾਮ ਕਾਲਜ ਤੋਂ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਕਾਲਜ ਆਫ ਫਿਜ਼ੀਓਥੈਰੇਪਿਸਟ, ਕਾਲਜ ਆਫ ਨਰਸਿਸ ਤੇ ਇਸੇ ਤਰੀਕੇ ਨਾਲ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਰੈਗੂਲੇਟ ਕਰਦੀ ਹੈ ਬੋਡੀ, ਉਸ ਦਾ ਨਾਮ ਵੀ ਹੁਣ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਆਫ ਕੈਨੇਡਾ ਇਹ ਰੱਖ ਦਿੱਤਾ ਗਿਆ CICC। ਮਤਲਬ ਇਹ ਕਿ ਹੌਲੀ ਹੌਲੀ ਅਸੀਂ ਵੀ ਦੱਸਾਂਗੇ, ਕੈਨੇਡਾ ਅੰਬੈਸੀ ਦੱਸੇਗੀ, ਕੈਨੇਡਾ ਗੌਰਮੈਂਟ ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਵੀ ਡਿਟੇਲਸ ਆ ਗਈਆਂ ਨੇ ਤੇ ICCRC ਦਾ ਨਾਮ ਖਤਮ ਹੋ ਜਾਏਗਾ ਔਰ CICC ਚੱਲੇਗਾ। ਸੋ ਅੱਗੇ ਵਧਦੇ ਹੋਏ ਐਪਲੀਕੇਸ਼ਨਸ ਦਾ ਰਸ ਬਹੁਤ ਜ਼ਿਆਦਾ ਹੈਗਾ ਕੈਨੇਡਾ ਦੇ ਵਿੱਚ। ਮਈ ਆਲਮੋਸਟ ਫੁੱਲ ਹੈਗਾ, ਕਿਤੇ ਕਿਤੇ ਕੁਝ ਪ੍ਰੋਗਰਾਮਸ ਓਪਨ ਨੇ, ਜਿਨ੍ਹਾਂ ਨੇ ਅਪਲਾਈ ਕਰਨਾ ਛੇਤੀ ਅਪਲਾਈ ਕਰ ਦੇਣਾ ਚਾਹੀਦਾ ਹੈਗਾ। ਸੈਪਟੰਬਰ ਦੀ ਐਪਲੀਕੇਸ਼ਨਸ ਵੀ ਜ਼ਿਆਦਾਤਰ ਕਾਲਜਿਸ ਨੇ ਐਕਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਕਈ ਕਾਲਜਿਸ ਦੇ ਵਿੱਚ ਕਈ ਪ੍ਰੋਗਰਾਮ ਜਿਹੜੇ ਨੇ ਫੁੱਲ ਹੋ ਗਏ ਨੇ। ਸੋ ਟੇਕ ਕੇਅਰ, ਜੇ ਛੇਤੀ ਅਪਲਾਈ ਕਰਨਾ ਚਾਹੀਦਾ ਹੈਗਾ। ਲੇਕਿਨ ਚੰਗੀ ਗੱਲ ਇਹ ਕਿ ਮਈ ਇਹ ਕੈਨੇਡਾ ਦੇ ਵਿੱਚ ਪ੍ਰੋਗਰਾਮਸ ਸਾਲ ਬਾਅਦ ਨਹੀਂ ਸ਼ੁਰੂ ਹੁੰਦੇ। ਜੇ ਮਈ ਵਿੱਚ ਨਹੀਂ ਹੈਗਾ ਤੇ ਸਤੰਬਰ ਦੇ ਵਿੱਚ ਹੈਗਾ, ਜਨਵਰੀ ਵਿੱਚ ਵੀ ਹੁੰਦੇ ਨੇ ਪ੍ਰੋਗਰਾਮ। ਸੋ ਮਈ ਤੋਂ ਬਾਅਦ ਸਤੰਬਰ ਦਾ ਮਤਲਬ ਸਿਰਫ 4 ਮਹੀਨੇ ਦੀ ਗੱਲ ਹੈਗੀ ਹੈ। ਕੰਪਰੋਮਾਈਜ਼ ਨਹੀਂ ਕਰਨਾ ਪ੍ਰੋਗਰਾਮ ਨੂੰ ਲੈ ਕੇ। ਫੋਰ ਐਗਜ਼ਾਮਪਲ +2 ਮੈਡੀਕਲ ਵਾਸਤੇ ਇੱਕ ਕਿਸੇ ਸਟੂਡੈਂਟ ਨੇ ਮੈਨੂੰ ਪੁੱਛਿਆ ਤੇ ਫਿਜ਼ੀਓਥੈਰੇਪਿਸਟ OTPT ਆਕੂਪੇਸ਼ਨਲ ਥੈਰੇਪਿਸਟ, ਫਿਜ਼ੀਓਥੈਰੇਪੀ ਅਸਿਸਟੈਂਟ ਦਾ ਪ੍ਰੋਗਰਾਮ ਬਹੁਤ ਵਧੀਆ +2 ਮੈਡੀਕਲ ਵਾਸਤੇ, ਬਸ਼ਰਤੇ ਕਿ ਨੰਬਰ ਚੰਗੇ ਹੋਣ, 70% ਤੋਂ ਹਾਇਰ ਮਾਰਕਸ ਹੋਣ। ਥੋੜ੍ਹਾ ਜਿਹਾ ਔਖਾ ਹੋਏਗਾ ਕੋਰਸ, ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾ ਪਏਗਾ, ਇੰਟੈਲੀਜੈਂਟ ਬੱਚਿਆਂ ਵਾਸਤੇ ਹੈਗਾ। ਅਦਰਵਾਈਜ਼ ਹੋਰ ਵੀ ਪ੍ਰੋਗਰਾਮਸ ਨੇ। ਸੋ ਉਹ ਲੇਕਿਨ ਪ੍ਰੋਗਰਾਮ ਜ਼ਿਆਦਾਤਰ ਸਤੰਬਰ ਦੇ ਵਿੱਚ, ਕਿਤੇ ਕਿਤੇ ਕਾਲਜ ਜਨਵਰੀ ਦੇ ਵਿੱਚ ਅਵੇਲੇਬਲ। ਸੋ ਮਈ ਦੇ ਵਿੱਚ ਨਹੀਂ ਮਿਲੇਗਾ, ਸਤੰਬਰ ਦੇ ਵਿੱਚ ਮਿਲੇਗਾ। 4 ਮਹੀਨੇ ਦੀ ਗੱਲ ਹੈ। ਇਸੇ ਤਰੀਕੇ ਨਾਲ ਹੋਰ ਤੁਸੀਂ ਕੀ ਚੂਜ਼ ਕਰਦੇ ਹੋ, ਕੀ ਤੁਹਾਡੀ ਪ੍ਰੈਫਰੈਂਸ ਹੈਗੀ। ਦਾ ਮਤਲਬ ਇਹ ਕਿ ਗੁੱਡ ਪ੍ਰੋਗਰਾਮ ਚੂਜ਼ ਕਰੋ ਜਿਹੜਾ ਕਿ ਕੈਰੀਅਰ ਦੇ ਵਿੱਚ ਹੈਲਪ ਕਰੇ, ਕੱਲ੍ਹ ਨੂੰ ਬੱਚਿਆਂ ਦਾ ਫਿਊਚਰ ਬਣੇ। ਇਸੇ ਤਰੀਕੇ ਨਾਲ ਜਿੱਥੇ PR ਸੌਖੀ ਹੈਗੀ, NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ, ਜਿਹੜਾ ਨਿਊ ਬਰੰਜਵਿਕ ਐਟਲਾਂਟਿਕ ਪ੍ਰੋਵਿੰਸ, ਵਨ ਆਫ ਦਾ ਐਟਲਾਂਟਿਕ ਪ੍ਰੋਵਿੰਸਿਸ। ਸਸਕੈਚੁਅਨ ਪੋਲੀਟੈਕਨਿਕ ਕਾਲਜ ਸਸਕੈਚੁਅਨ ਦੇ ਵਿੱਚ SINP ਦੇ ਵਿੱਚ ਅੰਡਰ ਜਿਹੜਾ ਹੈ PR EG ਸਟੂਡੈਂਟਸ ਨੂੰ ਉੱਥੇ ਪੜ੍ਹ ਕੇ। ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ PR ਜਿੱਥੇ ਹੋਰ ਵੀ MITT ਜਿਹੜਾ ਹੈ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਮੈਨੀਟੋਬਾ ਦੇ ਵਿੱਚ, ਸਸਕੈਚੁਅਨ ਦੇ ਵਿੱਚ, ਹੋਰ ਪ੍ਰੋਵਿੰਸਿਸ ਜਿੱਥੇ ਪੜ੍ਹ ਕੇ ਸੌਖਾ। ਜ਼ਿਆਦਾਤਰ ਸਤੰਬਰ ਵਿੱਚ ਹੁੰਦੇ ਨੇ ਇਹ ਪ੍ਰੋਗਰਾਮਸ। ਜਾਂ ਜਿੱਥੇ ਲੋ ਫੀਸ ਹੈਗੀ ਹੈ, ਜਿਹੜੇ ਅਫੋਰਡ ਨਹੀਂ ਕਰਦੇ, ਉਹਨਾਂ ਦੇ ਵੀ ਜ਼ਿਆਦਾਤਰ ਸਤੰਬਰ ਦੇ ਵਿੱਚ ਪ੍ਰੋਗਰਾਮਸ। CNC ਕਾਲਜ ਆਫ ਨਿਊ ਕੈਲੇਡੋਨੀਆ, NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਤੇ KPU ਦੇ ਵਿੱਚ ਮਈ ਦੇ ਵਿੱਚ ਵੀ ਪ੍ਰੋਗਰਾਮ ਹੈਗੇ ਨੇ। ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਫੀਸ ਕਾਫੀ ਘੱਟ ਹੈਗੀ ਹੈ। ਲੈਂਪਟਨ ਕਾਲਜ, ਟੋਰੰਟੋ, ਮਿਸੀਸਾਗਾ, ਸਾਰਨੀਆ। ਸੋ ਇਹਨਾਂ ਕਾਲਜਿਸ ਦੇ ਵਿੱਚ, ਜਿਸ ਤਰ੍ਹਾਂ ਮੈਂ KPU ਤੇ ਲੈਂਪਟਨ ਦੀ ਗੱਲ ਕੀਤੀ, ਇਹਨਾਂ ਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਜਿਸ ਕੋਪ ਵੀ ਹੈਗੇ ਨੇ। ਔਰ ਫੀਸ ਵੀ ਜਿਹੜੀ KPU ਹੈ ਜਾਂ ਲੈਂਪਟਨ ਹੈਗੀ ਹੈ, ਜਾਂ ਇੱਕ CBU ਕੇਪ ਬ੍ਰਿਟਨ ਯੂਨੀਵਰਸਿਟੀ ਸਿਡਨੀ ਸਿਟੀ ਨੋਵਾ ਸਕੋਸ਼ੀਆ ਦੇ ਵਿੱਚ 4th ਸਮੈਸਟਰ ਜ਼ਿਆਦਾਤਰ ਕੋਪ ਹੈਗਾ ਔਰ ਜ਼ਿਆਦਾਤਰ ਫੀਸ ਨਹੀਂ ਦੇਣੀ। ਦਾ ਮਤਲਬ ਤਿੰਨੇ ਥਾਵਾਂ 'ਤੇ ਜਿੱਥੇ ਬਾਕੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਫੀਸ ਜਿਹੜੀ 2 ਸਾਲ ਦੀ 20 ਲੱਖ ਹੈ, ਇੱਥੇ 15 ਲੱਖ ਦਾ ਮਤਲਬ 5 ਲੱਖ ਦਾ ਬੈਨੀਫਿਟ। ਸੋ ਇਹ ਵੀ ਜਿਹੜੇ ਹੈ CBU ਮਈ ਵਾਸਤੇ ਅਵੇਲੇਬਲ ਹੈਗੀ ਹੈ। ਕੇਪ ਬ੍ਰਿਟਨ ਯੂਨੀਵਰਸਿਟੀ KPU ਵਿੱਚ ਵੀ ਮਈ ਵਿੱਚ ਪ੍ਰੋਗਰਾਮਸ ਅਵੇਲੇਬਲ ਹੈਗੇ ਨੇ। ਲੈਂਪਟਨ ਕਾਲਜ ਮਈ ਖਤਮ ਹੋ ਗਏ ਹੈਗੇ ਪ੍ਰੋਗਰਾਮ, ਸਤੰਬਰ ਦੀ ਐਡਮਿਸ਼ਨ ਚੱਲਦੀਆਂ ਪਈਆਂ। ਸੋ ਅਲੱਗ-ਅਲੱਗ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ, ਕੀ ਤੁਹਾਡੀ ਪ੍ਰੈਫਰੈਂਸ ਹੈ, ਕਿੱਥੇ ਜਾਣਾ ਚਾਹੁੰਦੇ ਹੋ,
ਤੇ ਉਹ ਸਾਰੀਆਂ ਆਪਸ਼ਨਸ, ਕੋਈ ਰਿਲੇਟਿਵ ਤੁਹਾਡਾ ਕਿਤੇ ਫਰੈਂਡ ਰਿਲੇਟਿਵ ਰਹਿੰਦੇ ਨੇ ਉੱਥੇ ਜਾਣਾ ਚਾਹੁੰਦੇ ਹੋ ਤੇ ਉਹ ਸਾਰੀਆਂ ਆਪਸ਼ਨਸ ਆਪਾਂ ਬੜੀ ਡਿਟੇਲ ਦੀ ਗੱਲਬਾਤ ਡਿਸਕਸ਼ਨ ਹੈਗੀ ਹੈ। ਸਾਡੇ ਆਫਿਸਿਸ ਦੇ ਵਿੱਚ ਜਾ ਕੇ ਕਾਉਂਸਲਰਸ ਮੈਨੇਜਰ ਨੂੰ ਮਿਲਣਾ ਹੈਗਾ। ਸੈਮੀਨਾਰਸ ਚੱਲਦੇ ਪਏ ਨੇ। ਅੱਜ ਲੁਧਿਆਣਾ ਦੇ ਵਿੱਚ 27 ਤਰੀਕ ਨੂੰ 27 ਨਵੰਬਰ ਲੁਧਿਆਣਾ ਦੇ ਵਿੱਚ ਮੈਂ ਕਲਾਇੰਟਸ ਨੂੰ ਖੁਦ ਮਿਲਦਾ ਪਿਆ ਹੈਗਾ। ਸੈਮੀਨਾਰ ਦੇ ਵਿੱਚ ਸਾਡੀ ਐਡਮਿਸ਼ਨ ਟੀਮ, ਕਾਉਂਸਲਿੰਗ ਟੀਮ ਸਾਰੇ ਨਾਲ ਹੁੰਦੇ ਨੇ ਔਰ ਨਾਲ ਦੀ ਨਾਲ ਤੁਹਾਡੀ ਅਸੈਸਮੈਂਟ ਕਿਹੜਾ ਕਾਲਜ, ਕਿਹੜਾ ਕੋਰਸ ਤੁਹਾਡੇ ਵਾਸਤੇ ਠੀਕ ਹੈ। ਮੈਂ ਖੁਦ 2003 ਤੋਂ ਆਪਣੀ ਕੰਪਨੀ ਪਾਇਨੀਅਰ ਇਮੀਗ੍ਰੇਸ਼ਨ ਔਰ 2007 ਤੋਂ ਮੈਂ CC ਹੁੰਦੀ ਸੀ ਉਦੋਂ, ਕੈਨੇਡੀਅਨ ਸੋਸਾਇਟੀ ਆਫ ਇਮੀਗ੍ਰੇਸ਼ਨ ਕੰਸਲਟੈਂਟ, ਬਾਅਦ 'ਚ ICCRC ਬਣੀ, ਹੁਣ CICC ਬਣ ਗਈ ਹੈ। ਸੋ ਇਹਨਾਂ ਦਾ ਜਿਹੜਾ ਕਿੰਨੇ ਕੈਂਪਸ, ਕਿੰਨਾ ਡਿਸਟੈਂਸ ਇੱਕ ਦੂਜੇ ਕੈਂਪਸ ਤੋਂ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਖੁਦ ਕੇਅਰ ਕਰਕੇ ਸਟੂਡੈਂਟਸ ਨੂੰ, ਪੇਰੈਂਟਸ ਨੂੰ ਮਿਲਦਾ ਪਿਆ ਹੈਗਾ। ਅੱਜ 27 ਨਵੰਬਰ ਨੂੰ ਲੁਧਿਆਣਾ ਦੇ ਆਫਿਸ ਦੇ ਵਿੱਚ, ਉਸ ਤੋਂ ਬਾਅਦ 29 ਨੂੰ ਮੋਗਾ, 29 ਨਵੰਬਰ, 1 ਦਸੰਬਰ ਨੂੰ ਫਿਰੋਜ਼ਪੁਰ ਆਫਿਸ ਦੇ ਵਿੱਚ ਔਰ 3 ਨੂੰ ਬਰਨਾਲਾ ਆਫਿਸ ਦੇ ਵਿੱਚ, 29 ਨੂੰ ਮੋਗਾ ਆਫਿਸ ਦੇ ਵਿੱਚ। ਇਹ ਸਾਰੀ ਡਿਟੇਲਸ ਔਰ ਅਪਾਇੰਟਮੈਂਟ ਲੈਣ ਵਾਸਤੇ 70613 ਤੇ ਕਾਲ ਕਰ ਸਕਦੇ ਹੋ। ਇੱਕ ਚੰਗੀ ਖਬਰ ਅੱਜ ਹੀ ਆਈ ਹੈਗੀ ਹੈ ਕਿ ਕੈਨੇਡਾ ਅੰਬੈਸੀ ਨੇ ਜਿਹੜੀ ਰੋਕ ਲਾ ਦਿੱਤੀ ਸੀ ਆਨਲਾਈਨ ਸਟੱਡੀਜ਼ ਦੇ ਉੱਪਰ ਕਿ ਜਾ ਕੇ ਹੀ ਸਟੱਡੀਜ਼ ਕਰ ਸਕਦੇ ਨੇ, ਆਨਲਾਈਨ ਸਟੱਡੀਜ਼ ਨਹੀਂ ਕਰ ਸਕਦੇ ਸਟੂਡੈਂਟ ਬਾਹਰ ਬੈਠ ਕੇ, ਇੰਡੀਆ ਜਾਂ ਕਿਸੇ ਵੀ ਕੰਟਰੀ ਤੋਂ ਕੈਨੇਡਾ ਦੇ ਵਿੱਚ ਜਾਣਾ ਹੀ ਪੈਣਾ ਹੈ, ਇਨ ਪਰਸਨ ਕਲਾਸਿਸ ਹੀ ਹੋਣਗੀਆਂ। ਪਹਿਲਾਂ ਇਹ ਗੱਲ ਕਹੀ ਸੀਗੀ, ਉਹ ਅੱਜ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈਗਾ 31 ਅਗਸਤ 2022 ਤੱਕ। ਸੋ ਮਾਰਚ 20 ਤੋਂ ਸ਼ੁਰੂ ਹੋ ਕੇ 31 ਅਗਸਤ 2022 ਤੱਕ ਜਿੰਨੀ ਵੀ ਸਟੱਡੀਜ਼ ਆਨਲਾਈਨ ਕਰਨਗੇ ਸਟੂਡੈਂਟਸ, ਈਵਨ ਕਿ ਪੂਰੀਆਂ ਦੀ ਪੂਰੀ ਫੁੱਲ ਸਟੱਡੀਜ਼ ਵੀ ਹੋਣ ਭਾਵੇਂ ਔਰ 1+1 ਪ੍ਰੋਗਰਾਮ ਵੀ ਭਾਵੇਂ ਹੋਵੇ, ਸਾਰੀ ਸਟੱਡੀ ਬਾਹਰ ਬੈਠ ਕੇ ਆਨਲਾਈਨ ਵੀ ਹੋਈ ਹੋਵੇ ਤਾਂ ਵੀ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਐਲੀਜੀਬਲ ਹੋਣਗੇ ਸਟੂਡੈਂਟਸ। ਅੱਗੇ ਹੋਰ ਵਧਾ ਦਿੱਤਾ ਗਿਆ, ਪਹਿਲਾਂ 31 ਦਸੰਬਰ ਤੱਕ ਸੀਗਾ, ਹੁਣ 31 ਅਗਸਤ 2022 ਤੱਕ। ਸੋ ਉਸ ਦੇ ਨਾਲ ਹੀ ਬੜੇ ਸਾਰੇ ਕਾਲਜਿਸ, ਕਿਉਂਕਿ ਇਹ ਅਸਮੰਜਸ ਸੀਗਾ, ਹਲੇ ਅੰਬੈਸੀ ਵੱਲੋਂ ਮਨਜ਼ੂਰੀ ਨਹੀਂ ਹੋਈ ਸੀ, ਪਿਛਲੇ 2-3 ਮਹੀਨੇ ਤੋਂ ਕਨਫਿਊਜ਼ਨ ਸੀਗੀ ਇਸ ਗੱਲ ਦੀ ਕਿ ਹੋਏਗਾ ਕਿ ਨਹੀਂ ਹੋਏਗਾ। ਕਾਲਜਿਸ ਨੇ ਮਨਾ ਕਰ ਦਿੱਤਾ ਸੀ ਆਨਲਾਈਨ ਸਟੱਡੀਜ਼ ਵਾਸਤੇ। ਹੁਣ ਦੁਬਾਰਾ ਕਾਲਜਿਸ ਪਾਲਿਸੀਜ਼ ਚੇਂਜ ਕਰਨਗੇ ਆਪਣੀਆਂ। ਬੜੇ ਸਾਰੇ ਸਟੂਡੈਂਟਸ ਜਿਨ੍ਹਾਂ ਦੀ ਐਪਲੀਕੇਸ਼ਨਸ ਪ੍ਰੋਸੈਸ ਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਦੀ ਅੰਡਰ ਪ੍ਰੋਸੈਸ ਹਾਲੇ ਰਿਜ਼ਲਟਸ ਨਹੀਂ ਆਏ, ਉਹਨਾਂ ਨੂੰ ਵੀ ਬਹੁਤ ਸਾਰੇ ਕਾਲਜਿਸ ਅਲਾਉ ਕਰ ਦੇਣਗੇ ਆਨਲਾਈਨ ਕਲਾਸਿਸ ਲਾਉਣ ਵਾਸਤੇ। ਔਰ ਅਗਰ ਉਹ ਜ਼ਿਆਦਾਤਰ ਕਾਲਜਿਸ ਇਹ ਕਹਿੰਦੇ ਨੇ ਆਨਲਾਈਨ ਸਟੱਡੀ ਸ਼ੁਰੂ ਕਰ ਦਿਓ, ਅਗਰ ਰਿਫਿਊਜ਼ਲ ਹੋਏਗੀ ਤਾਂ ਤੁਹਾਨੂੰ ਪੂਰੇ ਦੇ ਪੂਰੇ ਪੈਸੇ ਵਾਪਸ ਦੇ ਦਿੱਤੇ ਜਾਣਗੇ, ਕੋਈ ਚਿੰਤਾ ਨਹੀਂ ਹੈ। ਇਹੋ ਜਿਹੇ ਕਾਲਜਿਸ ਸੇਫ ਕਾਲਜਿਸ ਨੇ। ਅਸੀਂ ਕਹਿੰਦੇ ਹਾਂ ਵੀ ਆਨਲਾਈਨ ਸਟੱਡੀ ਸ਼ੁਰੂ ਵੀ ਕਰ ਲਈਏ, ਕੋਈ ਹਰਜ ਨਹੀਂ। ਲੇਕਿਨ ਕੁਝ ਕਾਲਜਿਸ ਹੁੰਦੇ ਨੇ ਜਿੱਥੇ ਆਨਲਾਈਨ ਸਟੱਡੀਜ਼ ਕਰਕੇ ਆਪਣੀ ਫਿਰ ਬਾਅਦ ਦੇ ਵਿੱਚ ਰਿਫਿਊਜ਼ਲ ਹੋਵੇ ਤੇ ਬਾਅਦ ਦੇ ਵਿੱਚ ਪੂਰੇ ਪੈਸੇ ਮੁੜਦੇ ਨਹੀਂ ਹੈਗੇ। ਇੱਕ ਸਮੈਸਟਰ ਦੀ ਫੀਸ ਜਾਂ ਅਲੱਗ-ਅਲੱਗ ਕਾਲਜਾਂ ਦੀ ਅਲੱਗ-ਅਲੱਗ ਪਾਲਿਸੀਜ਼ ਹੈਗੀਆਂ ਨੇ, ਉਨੀ ਫੀਸ ਕੱਟ ਦਿੱਤੀ ਜਾਂਦੀ ਹੈਗੀ ਆ। ਉਹ ਅਨਸੇਫ ਕਾਲਜ ਨੇ। ਅਸੀਂ ਅਵੋਇਡ ਕਰਦੇ ਹਾਂ ਕਿ ਸਟੂਡੈਂਟ ਇਹੋ ਜਿਹੇ ਕਾਲਜਿਸ ਦੇ ਵਿੱਚ ਨਾ ਕਲਾਸਾਂ ਲਾਉਣ ਸ਼ੁਰੂ ਕਰਨ। ਸੋ ਸੇਫ ਹੈਗਾ ਕਿ ਅਨਸੇਫ ਹੈਗਾ, ਇਹ ਧਿਆਨ ਦੇਣਾ ਪੈਣਾ। ਬਹੁਤ ਸਾਰੇ ਕਾਲਜਿਸ ਦੀ ਜਨਵਰੀ ਇਨਟੇਕ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈਆਂ ਨੇ। ਸੋ ਸਟੂਡੈਂਟਸ ਜਿਹੜੀਆਂ ਆਪਾਂ ਈਮੇਲਸ ਭੇਜਦੇ ਹਾਂ, ਈਮੇਲ ID ਭੇਜਦੇ ਹਾਂ ਕਾਲਜ ਨੂੰ, ਇਹ ਧਿਆਨ ਦੇਣ ਕਿ ਉਹ ਈਮੇਲ ID ਡੇਲੀ ਚੈੱਕ ਕਰਨੀ ਹੈ। ਕਈ ਕਾਲਜਿਸ ਦੀ ਐਪ ਹੋ ਗਈਆਂ ਸੀ ਲਾਂਚ, ਉਹ ਐਪ ਨੂੰ ਧਿਆਨ ਨਾਲ ਜਿਹੜਾ ਹੈਗਾ ਚੈੱਕ ਕਰਨਾ ਹੈਗਾ। ਔਰ ਕਾਲਜਿਸ ਦੀ ਰਿਫੰਡ ਪਾਲਿਸੀ, ਵੈਦਰ ਕਿ ਇਹ ਕਾਲਜਿਸ ਆਨਲਾਈਨ ਸਟੱਡੀਜ਼ ਅਲਾਉ ਕਰਨਗੇ ਕਿ ਨਹੀਂ, ਔਰ ਰਿਫੰਡ ਦੀ ਕੀ ਪਾਲਿਸੀ ਹੋਏਗੀ, ਡੈਫਰਮੈਂਟ ਦੀ ਕੀ ਪਾਲਿਸੀ ਹੋਏਗੀ, ਇਹ ਸਾਰੀ ਪਾਲਿਸੀਜ਼ ਜਿਹੜੀਆਂ ਕਾਲਜਿਸ ਦੀਆਂ ਹੈਗੀਆਂ ਨੇ ਉਹ ਉਹਨਾਂ ਦੇ ਵੈਬਸਾਈਟ 'ਤੇ ਪੂਰੀ ਡਿਟੇਲ ਦਿੱਤੀ ਹੁੰਦੀ ਹੈਗੀ ਹੈ। ਸਟੂਡੈਂਟਸ ਅਲਰਟ ਹੋ ਕੇ ਧਿਆਨ ਦੇ ਕੇ, ਇਹ ਥੋੜ੍ਹਾ ਜਿਹਾ ਰਿਸਕ ਵਾਲਾ ਕੰਮ ਹੁੰਦਾ ਹੈਗਾ ਕਿਉਂਕਿ ਕੋਈ ਵੀ ਪਾਲਿਸੀ ਤੁਹਾਨੂੰ ਧਿਆਨ ਨਾਲ ਅਗਰ ਨਾ ਦੇਖੀ, ਕੋਈ ਚੀਜ਼ ਮਿਸ ਹੋ ਗਈ। ਔਰ ਬਹੁਤ ਸਾਰੇ ਕਾਲਜਿਸ ਕਹਿੰਦੇ ਨੇ ਇੰਨੇ ਦਿਨ ਦੇ ਅੰਦਰ ਅਗਰ ਕੇਸ ਰਿਫਿਊਜ਼ ਹੋ ਗਿਆ, ਇੰਨੇ ਦਿਨ ਦੇ ਅੰਦਰ ਰਿਫੰਡ ਦੀ ਰਿਕੁਐਸਟ ਉਹਨਾਂ ਨੂੰ ਜਾਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਨੇ ਰਿਫੰਡ ਨਹੀਂ ਦੇਣਾ। ਮੰਨ ਲਓ ਕਿਸੇ ਦੇ ਕੋਲ ਕਾਲਜ ਨੇ ਕਿਹਾ ਹੈਗਾ ਕਿ ਹਫਤੇ ਦੇ ਅੰਦਰ ਰਿਫੰਡ ਦੀ ਰਿਕੁਐਸਟ ਜਾਣੀ ਚਾਹੀਦੀ ਹੈ, ਰਿਫਿਊਜ਼ਲ ਤੋਂ ਬਾਅਦ ਕਿਸੇ ਨੇ ਕਿਹਾ 2 ਹਫ਼ਤੇ ਦੇ ਅੰਦਰ ਜਾਣੀ ਚਾਹੀਦੀ ਹੈਗੀ ਹੈ। ਸੋ ਇਹ ਥੋੜ੍ਹਾ ਜਿਹਾ ਖਿਆਲ ਕਰਨ ਦੀ ਲੋੜ ਹੈਗੀ ਹੈ, ਬਹੁਤ ਧਿਆਨ ਦੀ ਲੋੜ ਹੈਗੀ ਹੈ। ਔਰ ਆਫ ਕੋਰਸ ਕਾਲਜ ਦੀ ਵੈਬਸਾਈਟ, ਲੇਕਿਨ ਕਾਉਂਸਲਰ ਨਾਲ ਵੀ ਡਿਸਕਸ ਕਰ ਲਓ, ਮੈਨੇਜਰ ਨਾਲ ਡਿਸਕਸ ਕਰ ਲਓ ਔਰ ਬਿਲਕੁਲ ਧਿਆਨ ਦਿਓ। ਇਸ ਚੀਜ਼ ਦਾ ਬਹੁਤ ਕੇਅਰਫੁਲ ਹੋਣ ਦੀ ਜ਼ਰੂਰਤ ਹੈਗੀ ਹੈ। ਔਰ ਇੱਕ ਜਿਹੜੀ ਪ੍ਰੋਬਲਮ ਆਮ ਤੌਰ 'ਤੇ ਆਉਂਦੀ ਹੈਗੀ ਹੈ ਕਿ ਜਿਸ ਤਰ੍ਹਾਂ ਕਿ ਹੁਣ ਜਨਵਰੀ ਇਨਟੇਕ ਦੀ ਇਨ ਪ੍ਰੋਸੈਸ ਹੈਗੀ ਆ ਫਾਈਲ ਕਿਸੇ ਦੀ, ਔਰ ਰਿਜ਼ਲਟ ਉਹਨਾਂ ਦਾ ਟਾਈਮ ਸਿਰ ਨਹੀਂ ਆਉਂਦਾ, ਔਰ ਅਨਸੇਫ ਕਾਲਜ ਹੈਗਾ ਜਾਂ ਕਾਲਜ ਨੇ ਆਨਲਾਈਨ ਸਟੱਡੀਜ਼ ਅਲਾਉਡ ਨਹੀਂ ਕੀਤੀਆਂ ਜਾਂ ਅਨਸੇਫ ਹੈਗਾ, ਇਹਦਾ ਮਤਲਬ ਇਹ ਕਿ ਫੀਸ ਉਹਨਾਂ ਦੀ ਮੁੜਨੀ ਨਹੀਂ। ਰਿਫਿਊਜ਼ਲ ਜੇ ਹੋਗੀ 10 ਚੋਂ 1 ਦੀ
तो फिर असीं कहने कि क्लासिस ना लाइए का मतलब है कि डैफरमेंट करवानी पैनी है। तो डैफरमेंट जी हैगी जनवरी इनटेक तो बाद असीं कहने मई इनटेक की डैफरमेंट दे दो। तो बहुत सारे कॉलेजिस के मई के प्रोग्राम्स नहीं है, और कई कॉलेजिस जिन्हों है ने उन्होंने सीटां पूरियां हो गई हैगियां ने, तो कॉलेज कहते हैं कि हुण सितंबर के डैफरमेंट देवांगे। सो उस चीज़ का साढ़े कोल भी हल नहीं है। ऑलरेडी कॉलेजिस जिन्हें ने ओवर सबसक्राइब्ड का मतलब है कि 100 सीटां ने तो 125 स्टूडेंट उन्होंने भर्ती किए हुए हैं। बहुत सारिया ऑफर लैटर ज़्यादा दे देंगे ने, फिर वीजे भी लग जाते हैं। तो 100 सीटां ने, तो ये एक आम कई कॉलेजिस की कई बार प्रॉब्लम आई कि मान लो कि 200 सीटां ने तो 250 बच्चों के वीजे लगे, उत्थे 50 स्टूडेंट कॉलेज के बड़ी प्रॉब्लम आ जाते हैं, बाहर खड़े होंगे ने, उन्होंने सीटां नहीं मिलदियां, तो उन्होंने कह दिता जाता है। ईवन कनेडा के वीजा लग के पहुँचने तो बाद भी कॉलेजिस कह देंगे भी सीट है नहीं साडे कोल, ते अगले इनटेक के लै लो। जाके ईमेल आ जाती है सानू कि हुण जिहड़ियां ने साडे कोले वीजा कॉपी, क्योंकि वीजा लगन तो बाद स्टूडेंट्स की भेजनी होंदी है, तो कॉलेजिस कह देंगे ने कि जी हुण साडियां सीटां पूरियां हो गई, भावें असीं ऑफर लैटर दित्ती सी, फीस भी भरी सी, स्टूडेंट ने वीजा भी लग गया होवे, लेकिन हुण तुसीं स्टूडेंट नूं इस इनटेक वास्ते सीट नहीं मिलेगी, सीटां साडियां ज़्यादा हो गई, फुल हो गई, नैक्सट इनटेक विच असीं देवांगे। बड़ी सारी प्रॉब्लम्स होंदियां ने, और उन्होंने असीं चंगी गल है कि वही 2003 तो कंपनी पुरानी कंपनी होने के नाते, एक्सपर्ट होने के नाते, समझदार होने के नाते असी पूरा उन्होंने सारिया चीज़ों का पॉलिसियां का ध्यान रखते हुए स्टूडेंट्स नूं इन्हां प्रॉब्लम्स विचों कड्ढण की कोशिश करते हैं, ध्यान रखते हैं। तो तुसीं भी स्टूडेंट्स ने ध्यान रखना है और डिस्कस करना काउंसलर्स के नाल। कोवैक्सीन एक अच्छी खबर हैगी है, जिहड़ा अपना इंडिया का बनाया होया सी वैक्सीन कोवैक्सीन, वो भी WHO ने अप्रूव कर दिता है हुण, और कैनेडा गौरमेंट ने भी मंजूर कर दिता है। बच्चे स्टूडेंट्स ध्यान रखन कि फटाफट दोने वैक्सीन दियां डोजेज लवा लैन, ताकि जो वीज़ा लगे तो उन्होंने सौख होएगी, सौखा रहेगा उत्थे जाना कैनेडा दे विच, ते क्वारंटीन नहीं होना पेगा, तकलीफ का सामना नहीं करना पेगा। जल्दी तो जल्दी सारिਆਂ ਨੂੰ लवा लेनी चाहिए। वैसे भी स्टूडेंट्स ਨੂੰ ਤਾਂ चलो जान का फायदा है, स्टूडेंट्स के पेरेंट्स ग्रैंड पेरेंट्स जिन्ने भी सिटीजन ने, आपां मैं भी दोनों डोजेज ऑलरेडी लवा चुका है, 3-4 महीने हो गए ने, तो सारिਆਂ ਨੂੰ लवा लेनी चाहिए हैगी है दोनों डोजेज, ताकि ये कोरोना तो कुछ हद तक बचिया जा सके। 6-5.5 ਜਿਹੜੇ ਨੇ 5.5 अगर किसी मॉड्यूल ਦੇ ਵਿੱਚ ਹੈਗੇ ਨੇ, ਹੁਣ भी वीज़ा नहीं लगता ਪਿਆ ਕਿਸੇ ਨੂੰ भी। देखो कोई चेंज होगी पॉलिसी, एम्बैसी की वीज़े आउणगे, तो मैं हर हफ्ते हर सैटरडे सवेरे 11 बजे अपने ਜਿਹੜੇ लेटेस्ट अपडेट शेयर करता है, सारी गलबात ਦੇ ਨਾਲ ਜਾਣੂ कराना है, ताकि आपस ਦੇ ਵਿੱਚ ਆਪਾਂ रल मिल के पॉलिसीज़ के मुताबिक पॉलिसीज़ का जोड़ा लेटेस्ट ट्रेंड हैगा उसका फायदा लै सकीए। लेकिन 3 महीने तो पहला लग जाते थे 6 नॉट लैस दैन 5.5 इन 1 मॉड्यूल, लेकिन हुण 3 महीने तो वीज़ा नहीं दिंदी भी एम्बैसी। आपां जिन्हां दे 5.5 इन 1 मॉड्यूल हैगे ने, उन्होंने कोशिश नहीं करनी चाहिए दोबारा आइलट्स दे देन। अगेन PTE कई स्टूडेंट देना चाहते हैं, आइलट्स प्रैफर्ड हैगा, ज़्यादा वीज़ा चांसिस बैटर हैगे ने। हालांकि PTE भी एक्सैप्टेड हैगी है, 2-3-4 बार दे दिता, आइलट्स के बैंड नहीं आ रहे, PTE के ज़्यादा वधिया बैंड ने, तो PTE कर ली, कोई हर्ज नहीं, वैलकम। और बहुत सारे वीजे साडे PTE के नाल आंदे पे ने, कोई चिंता की गल नहीं है। बायोमैट्रिक्स की डेट्स जिहड़ियां ने अवेलेबल नहीं हैगियां हाले, या मतलब असीं जिहड़ा है देखो ऑनलाइन असीं स्लॉट्स बुक करवाने होंदे स्टूडेंट्स के या विजिटर वगैरह के, सुपर वीज़ा वगैरह के, क्योंकि हर एक तरह के वीजे वास्ते हुण बायोमैट्रिक्स जिहड़ी फिंगर प्रिंटिंग करवानी जरूरी हैगी है। लेकिन वो जी है VFS दा सिस्टम है ऑनलाइन, उसके उपर असी बुकिंग करवानी होंगी है, लेकिन फिलहाल अवेलेबल नहीं हैगी कोई भी डेट्स। तो की पैन आई असी भी अख रखते पे हैं, ध्यान रखते पे हैं, तुसी भी ध्यान रखो। तो आपां जिहड़े स्टूडेंट्स वगैरह जिहड़े ने जिहड़ियां चीज़ां साडे हत्थ विच हैगियां 100% ऑनेस्टी, ट्रांसपेरेंसी, केयर, बहुत पुरानी कंपनी एक्सपर्टीज तुहानूं दिंदे हैगे, बहुत ख्याल नाल। लेकिन कुछ चीज़ां साडे कंट्रोल च नहीं हैगियां, जिवें कि बायोमैट्रिक्स बुक करवाउणा जिहड़ा हैगा ये जिहड़ा हैगा VFS का काम हैगा। और कुछ 2 नंबर के काम भी होए, कुछ एजेंट वगैरह पैसे लैके बायोमैट्रिक्स की डेटा बुक करवाउंदे ने, जिहड़ी कि अदरवाइज ऑनलाइन जिहड़ियां अवेलेबल नहीं होंदियां। दैट इज़ बियॉन्ड अवर कंट्रोल। ना असीं पैसे लैंदे, ना असीं बुकिंग इस तरह की करवाने हैगे आ। तो एजेंट्स वगैरह इस तरह के मिल जाते हैं, कई लोग जिन्होंने जल्दी होंदी है, कई बार बुकिंग करवा लेंदे हैं। लेकिन एम्बैसी ਨੂੰ काफ़ी कंप्लेंटा इस बारे गईयां ने, तो आई होप कि एम्बैसी इज टेकिंग एक्शन एंड छेती ही आपां नूं बिना पैसों तो बायोमैट्रिक्स की डेटा मिलणगियां। तो टाइम के मुताबिक जिद्दां भी होया आपां डिसाइड करांगे रल मिल के। टूरिस्ट वीज़ा और स्पाउस वीज़ा के रिजल्ट्स आ रहे हैं, काफ़ी चंगे आ रहे हैं। और जिहड़ा विजिटर वीज़ा का पुराना पोर्टल सीगा
ਉਹਦੇ ਵਿੱਚ ਕਾਫੀ ਚਿਰ ਤੋਂ ਸਾਲ ਸਵਾ ਸਾਲ ਤੋਂ ਜਿਹੜੇ ਰਿਜ਼ਲਟਸ ਰੁਕੇ ਹੋਏ ਸੀਗੇ, ਨਹੀਂ ਆ ਰਹੇ ਸੀਗੇ, ਉਹ ਵੀ ਆਉਣੇ ਸ਼ੁਰੂ ਹੋ ਗਏ ਨੇ। ਆਫ ਕੋਰਸ ਕੈਨੇਡਾ ਐਮਬੈਸੀ ਨੇ ਨਵਾਂ ਪੋਰਟਲ ਲਾਂਚ ਕੀਤਾ ਹੈਗਾ, ਜਿਸ ਦੇ ਵਿੱਚ ਅਪਲਾਈ ਕਰਕੇ ਭਾਵੇਂ ਤਾਂ ਜਿਨ੍ਹਾਂ ਦੇ ਜ਼ਿਆਦਾ ਚਿਰ ਹੋ ਗਏ ਨੇ ਨਹੀਂ ਉਹਨਾਂ ਨੂੰ ਵੇਟ ਕਰਨਾ ਚਾਹੁੰਦੇ, ਉਹ ਵੀ ਆਪਣੀ ਐਪਲੀਕੇਸ਼ਨ ਵਿਡਰਾ ਕਰਕੇ ਨਵੇਂ ਪੋਰਟਲ 'ਤੇ ਕਰ ਸਕਦੇ ਆ। ਜਿਹੜੀ ਨਵੀਆਂ ਐਪਲੀਕੇਸ਼ਨਾਂ ਅਸੀਂ ਨਵੇਂ ਪੋਰਟਲ 'ਤੇ ਜਿਹੜੀ ਅਪਲੋਡ ਕਰਦੇ ਪਏ ਹਾਂ, ਉਹਨਾਂ ਦਾ ਤਕਰੀਬਨ ਮਹੀਨੇ ਦੇ ਅੰਦਰ ਅੰਦਰ ਜਿਹੜਾ ਰਿਜ਼ਲਟ ਆਉਂਦਾ ਪਿਆ ਹੈਗਾ, ਤੇ ਕਲੈਕਟਿਵਲੀ ਆਪਾਂ ਰਲ ਮਿਲ ਕੇ ਫੈਸਲਾ ਕਰ ਸਕਦੇ ਹੈਗੇ। ਲੇਕਿਨ ਅਸੀਂ ਜ਼ਿਆਦਾਤਰ ਸੋਚਦੇ ਹਾਂ ਕਿ ਕਿਉਂਕਿ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਪੁਰਾਣੇ ਪੋਰਟਲ 'ਤੇ, ਲੈਟ ਅਸ ਵੇਟ ਕਿ ਆਈ ਹੋਪ ਕਿ ਛੇਤੀ ਰਿਜ਼ਲਟ ਆ ਜਾਣਗੇ। ਔਰ ਰਿਫਿਊਜ਼ਲਸ ਦਾ ਧਿਆਨ ਰੱਖਣਾ ਹੈਗਾ, ਜਿਨ੍ਹਾਂ ਦੀ ਸਟੂਡੈਂਟਸ ਦੀ ਰਿਫਿਊਜ਼ਲਸ ਆਉਂਦੀਆਂ ਨੇ, ਖਾਸ ਤੌਰ 'ਤੇ 5.5 ਬੈਂਡ। ਦੇਖੋ ਬੜੇ ਸਾਰੇ ਲੋਕ ਜਿਹੜੇ ਨੇ ਨਾ ਲਾਈਵ ਸੈਸ਼ਨ ਨਹੀਂ ਸੁਣਦੇ। ਹਰ ਹਫਤੇ 15 ਮਿੰਟ ਦਾ ਲਾਈਵ ਸੈਸ਼ਨ ਹੁੰਦਾ, ਜਿਸ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਮੈਂ ਇਨਫੋਰਮੇਸ਼ਨ ਦਿੰਦਾ, ਤੇ ਸੁਣਨਾ ਚਾਹੀਦਾ ਹੈਗਾ। ਅਗਰ 5.5 ਬੈਂਡ ਨੇ ਕਿਸੇ ਮਾਡਲ ਵਿੱਚ ਰਿਫਿਊਜ਼ ਹੋ ਗਿਆ, ਤੇ ਸਿੱਧੀ ਜੀ ਗੱਲ ਹੈਗੀ ਹੈ ਕਿ 5.5 ਵਾਲਿਆਂ ਨੂੰ ਨਹੀਂ ਵੀਜ਼ਾ ਦੇ ਰਹੇ 3 ਮਹੀਨੇ ਤੋਂ। ਸੋ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜੀ ਲੈਟਰ ਹੁੰਦੀ ਹੈਗੀ ਹੈ ਉਸ ਦੇ ਵਿੱਚ ਬੜਾ ਕੁਝ ਲਿਖਿਆ ਹੁੰਦਾ, ਕੋਮਾ ਪਾ ਕੇ 8-10 ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਔਰ ਉਹ ਜਨਰਲ ਲੈਟਰ ਹੁੰਦੀ ਹੈ। ਉੱਪਰ ਸਿਰਫ ਨਾਮ ਚੇਂਜ ਕੇ ਕੰਪਿਊਟਰਾਈਜ਼ਡ ਲੈਟਰ ਹੁੰਦੀ ਹੈ, ਜਿਸ ਦੇ ਉੱਪਰ ਤਾਂ ਕਿ ਐਮਬੈਸੀ ਅਫੀਸਰ ਨੂੰ ਟਾਈਮ ਵੱਧ ਨਾ ਲੱਗੇ, ਉਹਨਾਂ ਨੂੰ ਦਿੱਕਤ ਨਾ ਹੋਵੇ, ਟਾਈਮ ਨਾ ਖਰਾਬ ਹੋਵੇ ਉਹਨਾਂ ਦਾ। ਇਸ ਕਰਕੇ ਉੱਪਰ ਕੰਪਿਊਟਰਾਈਜ਼ਡ ਲੈਟਰ ਦੇ ਉੱਪਰ ਸਿਰਫ ਨਾਮ ਚੇਂਜ ਕਰਕੇ ਔਰ ਉਸ ਨੂੰ ਭੇਜ ਦਿੱਤਾ ਜਾਂਦਾ ਹੈ ਪੋਰਟਲ ਦੇ ਉੱਪਰ ਸਟੂਡੈਂਟਸ ਦੇ ਰਿਜ਼ਲਟਸ ਦੇ। ਔਰ ਉਸ ਦੇ ਵਿੱਚ ਸਟੂਡੈਂਟਸ ਪੇਰੈਂਟਸ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ, ਕੋਮੇ ਲਾ ਕੇ 8-10 ਚੀਜ਼ਾਂ ਹੈਗੀਆਂ ਨੇ, ਕੀ ਕਾਰਨ ਬਣਿਆ ਰਿਫਿਊਜ਼ਲ ਦਾ, ਤੇ ਉਹਦੇ ਵਿੱਚ ਲਿਖਿਆ ਨਹੀਂ ਹੁੰਦਾ। ਦਾ ਮਤਲਬ ਇਹ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ, ਲੇਕਿਨ ਸਾਨੂੰ 2003 ਤੋਂ ਕੰਪਨੀ 19 ਸਾਲ ਹੋ ਗਏ ਦੇ ਕਰੀਬ ਹੈਗੇ, ਤੇ ਉਸ ਦੇ ਨਾਲ ਤਜਰਬਾ ਹੈਗਾ ਕਿ 5.5 ਇਨ ਐਨੀ ਮੋਡਿਊਲ ਹੈਗੇ ਨੇ, ਤਾਂ ਉਹ ਜੈਨੂਅਨ ਜਿਹੜਾ ਉਹਨਾਂ ਨੇ ਹੁਣ ਇਸ ਟਾਈਮ ਪਾਲਿਸੀ ਬਣਾਈ ਹੈ, ਨਹੀਂ ਵੀਜ਼ਾ ਦਿੰਦੇ ਪਏ। ਇਸੇ ਤਰੀਕੇ ਨਾਲ ਜ਼ਿਆਦਾ ਗੈਪ ਹੈਗਾ, ਜਾਂ ਮਾਰਕਸ ਬਹੁਤ ਲੋ ਹੈਗੇ ਨੇ, ਕਿੱਥੇ ਲੋ ਮਾਰਕਸ ਨੇ, ਇਹ ਸਾਰੀਆਂ ਬੜੀ ਡੂੰਘੀਆਂ ਗੱਲਾਂ ਨੇ। ਲੇਕਿਨ ਇੱਕ ਬੜੀ ਮੈਂ ਦੇਖੀ ਚੀਜ਼ ਕਿ ਸਟੂਡੈਂਟਸ ਪੇਰੈਂਟਸ ਬੜਾ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ। ਉਹ ਤੁਸੀਂ ਆਪਣਾ ਇੱਕ ਕੇਸ ਲਾਇਆ ਹੈਗਾ, ਤੁਹਾਨੂੰ ਜ਼ਿਆਦਾ ਕੁਝ ਪਤਾ ਨਹੀਂ ਹੈਗਾ, ਆਫ ਕੋਰਸ ਵਿਚ ਐਕਸਪੈਕਟਡ ਕਿ ਤੁਹਾਨੂੰ ਕਿਵੇਂ ਪਤਾ ਹੋਏਗਾ। ਲੇਕਿਨ ਸਾਡੇ ਵਰਗੇ ਜਿਹੜੇ 2003 ਤੋਂ ਕੰਮ ਕਰਦੇ ਪਏ ਨੇ, ਹਜ਼ਾਰਾਂ ਫਾਈਲਾਂ ਲਾਈਆਂ ਨੇ, ਪਤਾ ਨਹੀਂ ਕਿੰਨੇ ਅਣਗਿਣਤ ਸਟੂਡੈਂਟਸ ਨੂੰ ਭੇਜ ਦਿੱਤਾ ਹੈਗਾ, ਅਣਗਿਣਤ ਫਾਈਲਾਂ ਰੋਜ਼ ਲਾਉਂਦੇ ਹੈਗੇ, ਸਵੇਰ ਤੋਂ ਰਾਤ ਤੱਕ ਕੇਸਿਸ ਦੇਖਦੇ ਹੈਗੇ ਆ। ਸਾਡੀ ਐਕਸਪਰਟੀਜ਼ ਜਿਹੜੀ ਹੈ ਮੈਟਰ ਕਰਦੀ ਹੈਗੀ ਆ। ਸਾਡੇ ਤੋਂ ਸਲਾਹ ਕਰੋ ਔਰ ਸਾਡੇ ਕੋਲੋਂ ਪੁੱਛੋ ਕਿ ਇਹ ਕੀ ਕਾਰਨ ਬਣਿਆ, ਕੀ ਗੱਲ ਹੋਈ ਹੈ। ਜੋ ਕਹੀਏ ਉਸ ਨੂੰ ਮੰਨੋ, ਸਮਝੋ ਔਰ ਛੇਤੀ ਸਮਝ ਜਾਓ, ਤਾਂ ਕਿ ਆਪਾਂ ਟਾਈਮ ਵੀ ਨਾ ਵੇਸਟ ਕਰੀਏ। ਸਾਡੇ ਵਰਗੇ ਜੈਨੂਅਨ ਓਨੈਸਟ ਸਿੰਸੀਅਰ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਰੱਬ ਦੇ ਬੰਦੇ ਬਣ ਕੇ ਵਧੀਆ ਧਿਆਨ ਦੇ ਕੇ ਕੰਮ ਕਰਨ ਵਾਲੇ, ਜਿਹੜੇ ਸਟੂਡੈਂਟਸ ਦਾ ਕੈਰੀਅਰ ਬਣਾਉਣ ਵਾਲੇ, ਜਿਹੜੇ ਸਾਡਾ ਇਹ ਫਰਜ਼ ਹੈ ਕਿ ਗੱਪਾਂ ਨਾ ਮਾਰੀਏ, ਜ਼ਿਆਦਾ ਗੱਲਾਂ ਦੇ ਵਿੱਚ ਟਾਈਮ ਨਾ ਵੇਸਟ ਕਰੀਏ, ਟਾਈਮ ਬਚਾਈਏ, ਬੱਚਿਆਂ ਦਾ ਸਟੂਡੈਂਟਸ ਦਾ ਭਵਿੱਖ ਬਣਾਈਏ ਔਰ ਉਹਨਾਂ ਦੇ ਜਿਹੜੇ ਸੁਪਨੇ ਸਾਕਾਰ ਕਰ ਸਕੀਏ। ਇਸ ਦੇ ਕਰਕੇ ਟਾਈਮ ਬਚਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਛੇਤੀ ਗੱਲ ਨੂੰ ਸਮਝਣਾ ਚਾਹੀਦਾ ਹੈਗਾ। ਮੇਰੇ ਲਾਈਵ ਸੈਸ਼ਨ ਦੇਖਿਆ ਕਰੋ, ਫੇਸਬੁੱਕ ਪੇਜ, ਇੰਸਟਾਗ੍ਰਾਮ, ਯੂਟਿਊਬ 'ਤੇ ਲਾਈਵ ਸੈਸ਼ਨਸ ਅਸੀਂ ਅਪਲੋਡ ਕਰਦੇ ਹੈਗੇ ਆ। ਔਰ ਟੀਵੀ ਇੰਟਰਵਿਊਜ਼ ਬਹੁਤ ਸਾਰੇ ਚੈਨਲਸ 'ਤੇ ਆਉਂਦੀਆਂ, ਉਸ ਦੀ ਟੀਵੀ ਇੰਟਰਵਿਊਜ਼ ਦੀ ਸਕੈਡਿਊਲ ਦੇਖਣ ਵਾਸਤੇ ਕਦੋਂ ਕਿਹੜੇ ਚੈਨਲ 'ਤੇ ਆਉਂਦੀ ਹੈ 70613 70613 'ਤੇ ਫੋਨ ਕਰਕੇ ਤੁਸੀਂ ਸ਼ਡਿਊਲ ਲੈ ਸਕਦੇ ਹੋ ਔਰ ਦੇਖ ਸਕਦੇ ਹੋ। ਔਰ ਟੀਵੀ ਇੰਟਰਵਿਊਜ਼ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਡਿਟੇਲਸ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲ ਸਕੇ। ਕਿਹੜਾ ਕਾਲਜ, ਕਿਹੜਾ ਕੋਰਸ ਠੀਕ ਹੈਗਾ, ਹੋਰ ਬੜੀ ਸਾਰੀਆਂ ਕਿੰਨੀ ਜਿਹੜੀ ਆਈਲੈਟਸ ਦੀ ਕਿੰਨੀ ਰਿਕੁਆਇਰਮੈਂਟ ਹੈਗੀ ਹੈ। ਆਫ ਕੋਰਸ ਜਿਨ੍ਹਾਂ ਦੇ 6 ਓਵਰਆਲ ਨਾਟ ਲੈਸ ਦੈਨ 5.5 ਨੇ, ਕਾਲਜਿਸ ਬਹੁਤ ਸਾਰੇ ਆਫਰ ਲੈਟਰ ਦਿੰਦੇ ਨੇ। ਆਪਾਂ ਕਾਲਜਿਸ ਨੂੰ ਅਗਰ ਆਈਲੈਟਸ ਅਕੈਡਮਿਕ ਦੇ ਕੇ ਆਫਰ ਲੈਟਰ ਲੈ ਲਾਂਗੇ ਔਰ ਜਨਰਲ ਵੀ ਕਰ ਸਕਦੇ ਨੇ। ਜਨਰਲ ਜਿਹੜੀ ਕਿ ਆਈਲੈਟਸ ਜਿਹੜੀ ਹੈ ਅਕੈਡਮਿਕ ਨਾਲੋਂ ਸੌਖੀ ਹੁੰਦੀ ਹੈ, ਖਾਸ ਤੌਰ 'ਤੇ ਉਸ ਦੇ ਵਿੱਚ ਰੀਡਿੰਗ ਬਹੁਤ ਸੌਖੀ ਹੁੰਦੀ ਕੰਪੈਰੇਟਿਵਲੀ, ਤੇ ਨਾਲ ਇੱਕ ਰਾਈਟਿੰਗ ਦਾ ਫਰਕ ਹੁੰਦਾ ਹੈਗਾ। ਸੋ ਇਹ ਜਿਹੜੀ ਹੈ ਜਨਰਲ ਵੀ ਕਰ ਸਕਦੇ ਹੋ, ਤਾਂ ਕਿ ਅੰਬੈਸੀ ਜੇ 6 ਵਿੱਚ ਹੈਗੇ ਨੇ ਤਾਂ ਅੰਬੈਸੀ ਜਨਰਲ ਵੀ ਲੈ ਲੈਂਦੀ। ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, ਕਿਉਂਕਿ ਪੁਰਾਣੇ ਤਜਰਬਾ ਹੈਗਾ ਔਰ ਕਾਲਜਾਂ ਨਾਲ ਅੰਬੈਸੀ ਨਾਲ ਅਸੀਂ ਬੜਾ ਰਾਬਤਾ ਰੱਖਦੇ ਹਾਂ, ਮਤਲਬ ਕਿ ਕਮਿਊਨੀਕੇਟਡ ਰਹਿੰਦੇ ਹੈਗੇ ਆ ਔਰ ਕਨੈਕਟਡ ਰਹਿੰਦੇ ਹੈਗੇ ਆ। ICCRC ਜਿਹੜੀ ਸੀਗੀ ਹੁਣ CICC ਬਣ ਗਈ ਹੈ, ਸਾਨੂੰ ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ ਤੋਂ ਅਪਡੇਟ ਰੱਖਦੀ ਹੈਗੀ ਆ। ਔਰ ਕੈਨੇਡਾ ਅੰਬੈਸੀ ਸਾਨੂੰ ਅਪਡੇਟਡ ਰੱਖਦੀ ਹੈਗੀ ਆ। ਔਰ ਅਸੀਂ ਉਹ ਜਿਹੜਾ ਅਪਡੇਸ਼ਨਸ ਜਿਹੜੀਆਂ ਨੇ ਸਾਡੀ ਲੇਟੈਸਟ ਰੂਲਸ ਰੈਗੂਲੇਸ਼ਨਸ ਪਾਲਿਸੀਜ਼ ਦੇ ਨਾਲ ਕੰਮ ਕਰਦੇ ਹੋਏ ਸਟੂਡੈਂਟਸ ਦਾ ਧਿਆਨ ਰੱਖਦੇ ਹੈਗੇ ਆ। ਵੈਲਕਮ। ਔਰ ਸੈਮੀਨਾਰ ਵਨਸ ਅਗੇਨ ਆਈ ਵਾਂਟ ਟੂ ਡਿਕਲੇਅਰ ਕਿ ਅੱਜ 27 ਤਰੀਕ ਨੂੰ ਜਿਹੜਾ ਹੈ ਸੈਟਰਡੇ ਨੂੰ ਲੁਧਿਆਣਾ ਆਫਿਸ ਦੇ ਵਿੱਚ ਸੈਮੀਨਾਰ ਦੇ ਵਿੱਚ ਮੈਂ ਖੁਦ ਮਿਲਦਾ ਪਿਆ ਹੈਗਾ। 29 ਨੂੰ ਮੰਡੇ ਨੂੰ ਮੋਗਾ, 1 ਦਸੰਬਰ ਨੂੰ ਫਿਰੋਜ਼ਪੁਰ ਆਫਿਸ ਔਰ 3 ਨੂੰ ਬਰਨਾਲਾ ਆਫਿਸ ਦੇ ਵਿੱਚ ਮੈਂ ਖੁਦ ਆਪਣੀ ਟੀਮਸ ਦੇ ਨਾਲ ਮਿਲਾਂਗਾ
ਅਪਾਇੰਟਮੈਂਟ ਵਗੈਰਾ ਦੇ ਲਈ ਹੋਰ ਡਿਟੇਲ ਲਈ 70613 70613 ਤੇ ਕਾਲ ਕਰ ਸਕਦੇ ਹੋ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਭਲਾ ਕਰੇ। ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮਚ ਫॉर ਬੀਇੰਗ ਵਿਦ ਮੀ। ਐਂਡ ਨੈਕਸਟ ਸੈਟਰਡੇ ਸਵੇਰੇ 11 ਵਜੇ ਫਿਰ ਨਵੇਂ ਰੂਲਸ ਰੈਗੂਲੇਸ਼ਨ ਨਵੀਂ ਅਪਡੇਟਸ ਦੇ ਨਾਲ ਗੱਲ ਕਰਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।